Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 141ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਮਹਿਲਾ ਪਹਿਲਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾ ਭਰੇ, ਜਾ ਮੁਰਦਾਰ ਨਾ ਖਾਏ। ਮੁਰਦਾਰ ਤੁਹਾਨੂੰ ਪਿਛਲੇ ਅੰਗ ਦੀ ਵਿਆਖਿਆ ਤੋਂ ਯਾਦ ਹੋਏਗਾ ਕਿ ਪਰਾਏ ਹੱਕ ਨੂੰ, ਹਰਾਮ ਨੂੰ ਮੁਰਦਾਰ ਕਿਹਾ ਗਿਆ ਹੈ। ਗੁਰੂ ਜੀ ਕਹਿੰਦੇ ਨੇ ਕਿ ਜੋ ਪਰਾਇਆ ਹੱਕ ਖਾਣਾ ਹੈ ਉਹ ਹਿੰਦੂਆਂ ਦੇ ਲਈ ਗਾਂ ਖਾਣ ਬਰਾਬਰ ਹੈ ਤੇ ਮੁਸਲਮਾਨਾਂ ਦੇ ਲਈ ਸੂਰ ਖਾਣ ਬਰਾਬਰ ਹੈ। ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ ਕਿ ਹਿੰਦੂ ਧਰਮ ਦੇ ਵਿੱਚ ਗਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਗਾਂ ਨੂੰ ਮਾਰਨਾ, ਉਸ ਨੂੰ ਖਾਣਾ ਇੱਕ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਹੈ। ਉਸੇ ਤਰ੍ਹਾਂ ਹੀ ਮੁਸਲਿਮ ਧਰਮ ਦੇ ਵਿੱਚ, ਇਸਲਾਮ ਦੇ ਵਿੱਚ ਸੂਰ ਨੂੰ ਮਾਰ ਕੇ ਖਾਣਾ ਵੀ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਹੈ। ਤਾਂ ਗੁਰੂ ਜੀ ਕਹਿ ਰਹੇ ਨੇ ਕਿ ਜੇਕਰ ਤੁਹਾਡੇ ਲਈ ਗਾਂ ਖਾਣੀ ਜਾਂ ਸੂਰ ਖਾਣਾ ਪਾਪ ਹੈ ਤਾਂ ਓਡਾ ਹੀ ਵੱਡਾ ਪਾਪ ਪਰਾਇਆ ਹੱਕ ਖਾਣਾ ਵੀ ਹੈ। ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਕਿ ਜੋ ਗੁਰੂ ਹੈ, ਪੈਗੰਬਰ ਹੈ, ਉਹ ਤਾਂ ਹੀ ਤੁਹਾਡੀ ਸਿਫਾਰਿਸ਼ ਕਰਦਾ ਹੈ, ਤਾਂ ਹੀ ਤੁਹਾਨੂੰ ਕੁਝ ਸਿਖਾਉਂਦਾ ਹੈ ਜੇਕਰ ਤੁਸੀਂ ਕਿਸੇ ਦਾ ਪਰਾਇਆ ਹੱਕ ਨਾ ਵਰਤੋ। ਗਲੀ ਭਿਸਤ ਨਾ ਜਾਈਐ, ਛੂਟੈ ਸੱਚ ਕਮਾਏ, ਮਾਰਨ ਪਾਹੇ ਹਰਾਮ ਮਹਿ, ਹੋਏ ਹਲਾਲ ਨਾ ਜਾਏ। ਭਿਸਤ ਤੋਂ ਭਾਵ ਬਹਿਸ਼ਤ ਜਾਂ ਸਵਰਗ, ਜੰਨਤ, ਕੁਝ ਵੀ ਕਹਿ ਲਈਏ। ਗੁਰੂ ਜੀ ਕਹਿੰਦੇ ਕਿ ਗੱਲੀਂ ਭਿਸਤ ਨਾ ਜਾਈਐ, ਕਿ ਸਿਰਫ ਨਿਰੀਆਂ ਗੱਲਾਂ ਕਰਨ ਦੇ ਨਾਲ ਸਵਰਗ ਦੇ ਵਿੱਚ ਨਹੀਂ ਪਹੁੰਚ ਜਾਈਦਾ, ਜੰਨਤ ਵਿੱਚ ਨਹੀਂ ਪਹੁੰਚ ਜਾਈਦਾ। ਛੂਟੈ ਸੱਚ ਕਮਾਏ। ਜੰਨਤ ਦੇ ਵਿੱਚ ਜਦੋਂ ਮਨੁੱਖ ਪਹੁੰਚਦਾ ਹੈ, ਉਸ ਚੀਜ਼ ਦੀ ਜਦੋਂ ਅਸੀਂ ਕਲਪਨਾ ਕਰਦੇ ਹਾਂ, ਭਾਵ ਕਿ ਤੁਸੀਂ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾ ਲਿਆ ਹੈ, ਵਿਕਾਰਾਂ ਤੋਂ ਛੁਡਾ ਲਿਆ ਹੈ, ਤਾਂ ਤੁਸੀਂ ਜੰਨਤ ਵਿੱਚ ਪਹੁੰਚੇ ਹੋ। ਤਾਂ ਉਹ ਸਿਰਫ ਨਿਰੀਆਂ ਗੱਲਾਂ ਕਰਕੇ ਨਹੀਂ ਜਾਇਆ ਜਾਂਦਾ, ਨਿਰੀਆਂ ਗੱਲਾਂ ਕਰਕੇ ਵਿਕਾਰਾਂ ਤੋਂ ਨਹੀਂ ਬਚਿਆ ਜਾਂਦਾ। ਛੂਟੈ ਸੱਚ ਕਮਾਏ। ਵਿਕਾਰਾਂ ਤੋਂ ਤਾਂ ਹੀ ਛੁੱਟਿਆ ਜਾ ਸਕਦਾ ਹੈ ਜੇ ਅਸੀਂ ਜਿਹੜੇ ਸੱਚ ਦੀ ਗੱਲ ਕਰਦੇ ਹਾਂ ਉਹਨੂੰ ਕਮਾਈਏ ਵੀ, ਉਸ ਸੱਚ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰੀਏ ਵੀ। ਮਾਰਨ ਪਾਹੇ ਹਰਾਮ ਮਹਿ। ਮਾਰਨ ਭਾਵ ਮਸਾਲੇ, ਹਰਾਮ ਭਾਵ ਕਿ ਜੋ ਹਰਾਮ ਦਾ ਮਾਲ ਹੁੰਦਾ ਹੈ। ਜਿਸ ਤਰ੍ਹਾਂ ਕਿ ਇਸਲਾਮ ਧਰਮ ਦੇ ਵਿੱਚ ਇਹ ਸ਼ਬਦ ਜ਼ਿਆਦਾ ਵਰਤੇ ਜਾਂਦੇ ਹਨ, ਹਰਾਮ ਤੇ ਹਲਾਲ। ਉਹ ਜੋ ਮੀਟ ਵੀ ਖਾਂਦੇ ਨੇ ਉਹ ਵੀ ਹਲਾਲ ਕੀਤਾ ਹੋਇਆ ਖਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਕਿ ਜੇ ਹਰਾਮ ਦੇ ਮੀਟ ਦੇ ਵਿੱਚ ਜਾਂ ਹਰਾਮ ਦੇ ਮਾਲ ਦੇ ਵਿੱਚ ਤੁਸੀਂ ਬਹਿਸ ਆਦਿਕ ਗੱਲਾਂ ਦੇ ਮਸਾਲੇ ਪਾ ਲਵੋ ਤਾਂ ਉਹ ਮਸਾਲੇ ਪਾਉਣ ਨਾਲ ਉਹ ਹਲਾਲ ਨਹੀਂ ਹੋ ਜਾਂਦਾ। ਭਾਵ ਕਿ ਜੇਕਰ ਕੋਈ ਪਰਾਇਆ ਹੱਕ ਹੈ ਤਾਂ ਉਹ ਪਰਾਇਆ ਹੱਕ ਹੀ ਹੈ, ਉਹ ਪਰਾਇਆ ਹੱਕ ਹੀ ਰਹੇਗਾ। ਬੇਸ਼ੱਕ ਤੁਸੀਂ ਜਿੰਨੀ ਮਰਜ਼ੀ ਬਹਿਸ ਕਰਕੇ, ਜਿੰਨੇ ਮਰਜ਼ੀ ਤਰਕ ਕਰਕੇ ਉਸ ਨੂੰ ਆਪਣਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਲਵੋ, ਪਰ ਜੋ ਪਰਾਇਆ ਹੈ ਉਹ ਪਰਾਇਆ ਹੀ ਰਹੇਗਾ। ਤੁਹਾਡੀ ਬਹਿਸ ਨਾਲ ਉਹ ਹਲਾਲ ਨਹੀਂ ਹੋ ਜਾਏਗਾ, ਤੁਹਾਡੀ ਹੱਕ ਦੀ ਕਮਾਈ ਨਹੀਂ ਹੋ ਜਾਏਗਾ। ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਕਿ ਹੇ ਨਾਨਕ, ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ। ਜਿੱਦਾਂ ਦੀਆਂ ਅਸੀਂ ਗੱਲਾਂ ਕਰਾਂਗੇ ਉੱਦਾਂ ਦੇ ਸਾਡੇ ਵਿਚਾਰ ਬਣ ਜਾਣਗੇ, ਤੇ ਜਿੱਦਾਂ ਦੇ ਸਾਡੇ ਵਿਚਾਰ ਹੋਣਗੇ ਉੱਦਾਂ ਦੀ ਹੀ ਸਾਡੀ ਜ਼ਿੰਦਗੀ ਬਣ ਜਾਂਦੀ ਹੈ। ਜੇ ਮਨ ਦੇ ਵਿੱਚ ਕੂੜੇ ਵਿਚਾਰ ਪਾਲ ਕੇ ਰੱਖਾਂਗੇ ਤਾਂ ਸਾਡੀ ਜ਼ਿੰਦਗੀ ਵੀ ਕੂੜੀ ਹੀ ਬਣ ਜਾਏਗੀ, ਤੇ ਜੇ ਸੁਚੱਜੇ ਵਿਚਾਰ ਪਾਲਾਂਗੇ ਤਾਂ ਜ਼ਿੰਦਗੀ ਵੀ ਸੁਚੱਜੀ ਬਣ ਜਾਏਗੀ। ਮਹਿਲਾ ਪਹਿਲਾ। ਪੰਜ ਨਿਵਾਜਾ ਵਖਤ ਪੰਜ, ਪੰਜਾ ਪੰਜੇ ਨਾਓ, ਪਹਿਲਾ ਸੱਚ ਹਲਾਲ, ਦੂਏ ਤੀਜਾ ਖੈਰ ਖੁਦਾਏ। ਇਸਲਾਮ ਧਰਮ ਦੀ ਗੱਲ ਕਰਦੇ ਹੋਏ ਜਾਂ ਇਸਲਾਮ ਧਰਮ ਦੀ ਉਦਾਹਰਣ ਦਿੰਦੇ ਹੋਏ ਗੁਰੂ ਜੀ ਕਹਿ ਰਹੇ ਨੇ ਕਿ ਉਹਨਾਂ ਦੀਆਂ 5 ਨਮਾਜ਼ਾਂ ਹੁੰਦੀਆਂ ਨੇ। 5 ਨਮਾਜ਼ਾਂ ਦੇ ਇੱਕ ਦਿਨ ਦੇ ਵਿੱਚ 5 ਵਕਤ ਨਿਰਧਾਰਤ ਕੀਤੇ ਹੁੰਦੇ ਨੇ, ਤੇ 5 ਹੀ ਨਮਾਜ਼ਾਂ ਦੇ ਵੱਖੋ ਵੱਖਰੇ ਨਾਮ ਵੀ ਨੇ। ਸਵੇਰ ਦੀ ਪਹਿਲੀ ਨਮਾਜ਼ ਨੂੰ ਫਜ਼ਰ ਕਿਹਾ ਜਾਂਦਾ ਹੈ, ਦੁਪਹਿਰ ਤੋਂ ਥੋੜ੍ਹਾ ਪਹਿਲਾਂ ਵਾਲੀ ਨਮਾਜ਼ ਨੂੰ ਜ਼ੋਹਰ ਕਿਹਾ ਜਾਂਦਾ ਹੈ, ਦੁਪਹਿਰ ਤੋਂ ਬਾਅਦ ਵਾਲੀ ਨੂੰ ਅਸਰ ਕਿਹਾ ਜਾਂਦਾ ਹੈ, ਸ਼ਾਮ ਦੀ ਨਮਾਜ਼ ਨੂੰ ਮਗਰਿਬ ਕਿਹਾ ਜਾਂਦਾ ਹੈ, ਤੇ ਰਾਤ ਦੀ ਨਮਾਜ਼ ਨੂੰ ਈਸ਼ਾ ਕਿਹਾ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਕਿ ਉਹਨਾਂ ਦੀਆਂ 5 ਨਮਾਜ਼ਾਂ ਨੇ, 5 ਵਕਤ ਨਿਰਧਾਰਤ ਨੇ, ਤੇ 5 ਨਮਾਜ਼ਾਂ ਦੇ 5 ਨਾਮ ਵੀ ਰੱਖੇ ਗਏ ਨੇ। ਪਰ ਸਾਡੇ ਮੁਤਾਬਕ ਪਹਿਲੀ ਨਮਾਜ਼ ਸੱਚ ਹੈ। ਗੁਰੂ ਜੀ ਕਹਿੰਦੇ ਕਿ ਸਾਨੂੰ ਫਰਕ ਨਹੀਂ ਪੈਂਦਾ ਕਿ ਤੁਸੀਂ ਉਹਨਾਂ ਨਮਾਜ਼ਾਂ ਨੂੰ ਕੀ ਕਹਿ ਕੇ ਪੁਕਾਰਦੇ ਹੋ,
ਪਰ ਸਾਡੇ ਮੁਤਾਬਕ ਪਹਿਲੀ ਨਮਾਜ਼ ਸੱਚ ਬੋਲਣਾ ਹੋਣੀ ਚਾਹੀਦੀ ਹੈ, ਦੂਜੀ ਨਮਾਜ਼ ਹਲਾਲ ਹੋਣੀ ਚਾਹੀਦੀ ਹੈ ਕਿ ਤੁਸੀਂ ਹੱਕ ਦੀ ਆਪਦੀ ਕਮਾਈ ਖਾਵੋ, ਹਰਾਮ ਤੋਂ ਦੂਰ ਰਹੋ। ਤੀਜਾ ਖੈਰ ਖੁਦਾਏ ਕਿ ਤੀਜੀ ਨਮਾਜ਼ ਰੱਬ ਪਾਸੋਂ, ਖੁਦਾ ਪਾਸੋਂ, ਖੁਦਾਈ ਦੀ, ਲੁਕਾਈ ਦੀ, ਹਰ ਇੱਕ ਦੀ ਭਲਾਈ ਮੰਗਣਾ ਹੈ। ਚੌਥੀ ਨੀਅਤ ਰਾਸ ਮਨ। ਪੰਜਵੀਂ ਸਿਫਤ ਸਨਾਏ। ਸਨਾਏ ਭਾਵ ਵਡਿਆਈ। ਕਹਿੰਦੇ ਚੌਥੀ ਨਮਾਜ਼ ਹੈ ਕਿ ਤੁਸੀਂ ਆਪਣੀ ਨੀਅਤ ਨੂੰ, ਆਪਣੇ ਮਨ ਨੂੰ ਸਾਫ਼ ਰੱਖੋ, ਤੇ ਪੰਜਵੀਂ ਨਮਾਜ਼ ਹੈ ਕਿ ਤੁਸੀਂ ਉਸ ਪਰਮਾਤਮਾ ਦੀ ਸਿਫਤ ਸਲਾਹ ਤੇ ਵਡਿਆਈ ਕਰੋ। ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਕਹਿੰਦੇ ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ ਜਿਹੜਾ ਤੁਸੀਂ ਕਲਮਾ ਪੜ੍ਹਦੇ ਹੋ, ਉਹ ਕਲਮਾ ਵੀ ਤੁਸੀਂ ਜੇ ਆਪਣੇ ਉੱਚੇ ਆਚਰਣ ਨੂੰ ਬਣਾ ਲਓ, ਆਪਣੇ ਜੀਵਨ ਦਾ ਜੋ ਆਚਰਣ ਹੈ ਉਹ ਉੱਚਾ ਕਰ ਲਵੋ, ਤੇ ਉਸੇ ਨੂੰ ਹੀ, ਉਸ ਆਚਰਣ ਨੂੰ ਹੀ ਕਲਮਾ ਬਣਾ ਕੇ ਪੜ੍ਹੋ, ਤਾਂ ਤੁਸੀਂ ਆਪਣੇ ਆਪ ਨੂੰ ਇੱਕ ਸੱਚਾ ਮੁਸਲਮਾਨ ਅਖਵਾ ਸਕਦੇ ਹੋ। ਨਾਨਕ ਜੇਤੇ ਕੂੜਿਆਰ, ਕੂੜਾ ਕੂੜੀ ਪਾਏ। ਕਹਿੰਦੇ ਕਿ ਜਿੰਨੇ ਵੀ, ਹੇ ਨਾਨਕ, ਜਿੰਨੇ ਵੀ ਮਨੁੱਖ ਇਹਨਾਂ ਪੰਜ ਨਮਾਜ਼ਾਂ ਤੋਂ ਖੁੰਝੇ ਹੋਏ ਨੇ ਤੇ ਇਸ ਕਲਮੇ ਤੋਂ ਖੁੰਝੇ ਹੋਏ ਨੇ, ਉਹ ਕੂੜ ਦੇ ਵਪਾਰੀ ਨੇ, ਤੇ ਕੂੜੇ ਦੀ ਇੱਜ਼ਤ ਵੀ ਕੂੜੀ ਹੀ ਹੁੰਦੀ ਹੈ। ਜੋ ਮੇਨ ਤੱਤ ਇਹਨਾਂ ਪੰਕਤੀਆਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਇਹੀ ਹੈ ਕਿ ਤੁਸੀਂ ਜੋ ਨਮਾਜ਼ਾਂ ਪੜ੍ਹਦੇ ਹੋ ਉਹਨਾਂ 'ਚ ਬੁਰਾਈ ਨਹੀਂ ਹੈ, ਗੁਰੂ ਜੀ ਨੇ ਕਿਸੇ ਦੀ ਬੁਰਾਈ ਨਹੀਂ ਕੀਤੀ, ਪਰ ਕਹਿੰਦੇ ਕਿ ਉਹਨਾਂ ਦਾ ਇੱਕ ਪ੍ਰੈਕਟੀਕਲ ਰੂਪ ਜੋ ਹੈ ਉਹ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਓ। ਸੱਚ ਬੋਲਣਾ, ਹੱਕ ਦੀ ਕਮਾਈ ਖਾਣੀ, ਰੱਬ ਤੋਂ ਸਭ ਦਾ ਭਲਾ ਮੰਗਣਾ, ਆਪਣੀ ਨੀਅਤ ਨੂੰ, ਮਨ ਨੂੰ ਸਾਫ਼ ਰੱਖਣਾ, ਤੇ ਪਰਮਾਤਮਾ ਦੀ ਸਿਫਤ ਸਲਾਹ ਤੇ ਵਡਿਆਈ ਕਰਨੀ। ਇਹ ਪੰਜ ਪ੍ਰੈਕਟੀਕਲ ਕਾਰਜ ਕਹਿ ਲਈਏ ਕਿ ਗੁਰੂ ਜੀ ਨੇ ਸਾਨੂੰ ਦੱਸੇ ਕਿ ਆਪਣੀਆਂ ਪੰਜ ਨਮਾਜ਼ਾਂ ਦੇ ਨਾਲ ਨਾਲ ਅਸੀਂ ਇਹ ਪੰਜ ਪ੍ਰੈਕਟੀਕਲ ਕੰਮ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਰੀਏ। ਜੇ ਸਿਰਫ ਅਸੀਂ ਨਮਾਜ਼ਾਂ ਹੀ ਪੜ੍ਹਨੀਆਂ ਨੇ ਤਾਂ ਉਹ ਕੂੜੇ ਦੇ ਵਪਾਰੀ ਬਣਨ ਬਰਾਬਰ ਹੈ। ਇਹਨਾਂ ਪੰਕਤੀਆਂ ਦੇ ਵਿੱਚ ਬੇਸ਼ੱਕ ਗੁਰੂ ਜੀ ਨੇ ਮੁਸਲਿਮ ਧਰਮ ਦੀ, ਇਸਲਾਮ ਧਰਮ ਦੀ ਉਦਾਹਰਣ ਦਿੱਤੀ ਹੈ, ਪਰ ਇਹ ਗੱਲ ਸਾਡੇ ਤੇ ਵੀ ਓਨੀ ਹੀ ਲਾਗੂ ਹੋਣੀ ਚਾਹੀਦੀ ਹੈ। ਅਸੀਂ ਵੀ ਨਿਤਨੇਮ ਦੀਆਂ ਪੰਜ ਬਾਣੀਆਂ ਪੜ੍ਹਦੇ ਹਾਂ, ਅਸੀਂ ਵੀ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਸ਼ਾਮ ਨੂੰ ਬਾਣੀਆਂ ਪੜ੍ਹਦੇ ਹਾਂ, ਅਸੀਂ ਵੀ ਟਾਈਮ ਮਿੱਥੇ ਹੋਏ ਨੇ, ਅਸੀਂ ਵੀ ਨਾਮ ਰੱਖੇ ਹੋਏ ਨੇ, ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਨਾਮਾਂ ਦੇ ਨਾਲ ਨਾਲ, ਬਾਣੀਆਂ ਨੂੰ ਪੜ੍ਹਨ ਦੇ ਨਾਲ ਨਾਲ ਪ੍ਰੈਕਟੀਕਲ ਕਾਰਜ ਇਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਰੀਏ, ਨਹੀਂ ਤਾਂ ਫਿਰ ਅਸੀਂ ਵੀ ਕੂੜੇ ਦੇ ਵਪਾਰੀ ਹੀ ਅਖਵਾਵਾਂਗੇ। ਪੌੜੀ। ਇੱਕ ਰਤਨ ਪਦਾਰਥ ਵਣਜ ਦੇ, ਇੱਕ ਕੱਚਾ ਦੇ ਵਪਾਰਾ, ਸਤਿਗੁਰ ਤੁਠੈ ਪਾਇਨ ਅੰਦਰ ਰਤਨ ਭੰਡਾਰਾ। ਕਹਿੰਦੇ ਕਈ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਰੂਪ ਕੀਮਤੀ ਸੌਦੇ, ਕੀਮਤੀ ਰਤਨਾਂ ਦਾ ਵਪਾਰ ਕਰਦੇ ਹਨ, ਤੇ ਕਈ ਮਨੁੱਖ ਦੁਨਿਆਵੀ ਵਪਾਰ ਕਰਦੇ ਹਨ, ਕੱਚ ਦਾ ਵਪਾਰ ਕਰਦੇ ਹਨ। ਜੋ ਪ੍ਰਭੂ ਦੇ ਗੁਣ ਰੂਪ ਹਨ, ਜੋ ਪਰਮਾਤਮਾ ਦੇ ਗੁਣ ਹਨ, ਉਹ ਜੋ ਰਤਨ ਹਨ ਹਰ ਮਨੁੱਖ ਦੇ ਅੰਦਰ ਹਨ। ਅੰਦਰ ਰਤਨ ਭੰਡਾਰਾ, ਪਰਮਾਤਮਾ ਦੇ ਗੁਣਾਂ ਰੂਪੀ ਰਤਨਾਂ ਦਾ ਭੰਡਾਰ ਹਰ ਮਨੁੱਖ ਦੇ ਅੰਦਰ ਹੈ। ਪਰ ਸਤਿਗੁਰ ਤੁਠੈ ਪਾਇਨ, ਤੁਠੈ ਤੋਂ ਭਾਵ ਖੁਸ਼ ਹੋਣਾ, ਤੁਰਠਣਾ, ਪਰ ਕਹਿੰਦੇ ਉਹ ਭੰਡਾਰ ਜੋ ਹੈ ਤਾਂ ਹੀ ਪਾਇਆ ਜਾ ਸਕਦਾ ਹੈ, ਉਹਦੇ ਤੱਕ ਅਸੀਂ ਪਹੁੰਚ ਤਾਂ ਹੀ ਕਰ ਸਕਦੇ ਹਾਂ ਜੇ ਗੁਰੂ ਸਾਡੇ ਤੋਂ ਪ੍ਰਸੰਨ ਹੋਏ। ਬਿਨ ਗੁਰ ਕਿਨੈ ਨਾ ਲੱਦਿਆ, ਅੰਧੇ ਭੌਕ ਮੋਏ ਕੁੜਿਆਰਾ। ਕਹਿੰਦੇ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਇਹ ਖਜ਼ਾਨਾ ਕਿਸੇ ਨੇ ਲੱਭਿਆ ਨਹੀਂ। ਕੂੜ ਦੇ ਜੋ ਵਪਾਰੀ ਨੇ ਉਹ ਅੰਨੇ ਹੋਏ ਹੋਏ ਦਰ ਦਰ ਭਟਕਦੇ ਤਰਲੇ ਰਹਿੰਦੇ ਮਰ ਜਾਂਦੇ ਹਨ। ਅੰਧੇ ਭਾਵ ਅੰਨੇ, ਭੌਕ ਭਾਵ ਭਟਕਣਾ, ਦਰ ਦਰ ਭਟਕਣਾ, ਤੇ ਮੋਏ ਭਾਵ ਮਰ ਜਾਣਾ। ਜੋ ਕੂੜ ਦਾ ਵਪਾਰ ਕਰਦੇ ਨੇ ਉਹ ਦਰ ਦਰ ਭਟਕਦੇ ਹੋਏ ਇੱਦਾਂ ਹੀ ਮਰ ਜਾਂਦੇ ਨੇ, ਆਤਮਿਕ ਮੌਤ ਸਹੇੜ ਲੈਂਦੇ ਨੇ। ਮਨਮੁਖ ਦੂਜੈ ਪਚ ਮੋਏ ਨਾ ਬੂਝੇ ਵਿਚਾਰਾ। ਜੋ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਮਨੁੱਖ ਨੇ, ਮਨਮੁਖ ਦੂਜੈ ਪਚ ਮੋਏ, ਦੂਜੈ ਭਾਵ ਮਾਇਆ ਦੇ ਮੋਹ ਦੇ ਵਿੱਚ ਖਚਿੱਤ ਹੁੰਦੇ ਰਹਿੰਦੇ ਨੇ, ਖਤਮ ਹੁੰਦੇ ਰਹਿੰਦੇ ਨੇ, ਪਰਚਦੇ ਰਹਿੰਦੇ ਨੇ। ਨਾ ਬੂਝੈ ਵਿਚਾਰਾ, ਤੇ ਸੱਚ ਦੀ ਜੋ ਵਿਚਾਰ ਹੈ, ਅਸਲ ਵਿਚਾਰ ਜੋ ਹੈ ਉਹਨਾਂ ਨੂੰ ਸੁਝਦੀ ਨਹੀਂ। ਇੱਕ ਸਬਾਜੋ ਦੂਜਾ ਕੋ ਨਹੀਂ, ਕਿਸ ਅੱਗੇ ਕਰੇ ਪੁਕਾਰਾ। ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਉਸ ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਸਹਾਰਾ ਨਹੀਂ ਹੈ। ਹੋਰ ਕਿਸੇ ਦੇ ਅੱਗੇ ਅਸੀਂ ਕਿਹਦੇ ਸਾਹਮਣੇ, ਕਿਹਦੇ ਅੱਗੇ ਜਾ ਕੇ ਪੁਕਾਰ ਕਰੀਏ? ਸਾਡਾ ਇੱਕੋ ਇੱਕ ਸਹਾਰਾ ਉਹ ਪਰਮਾਤਮਾ ਹੀ ਹੈ ਜਿਹੜਾ ਸਾਡੀ ਗੱਲ ਸੁਣਦਾ ਹੈ। ਇੱਕ ਨਿਰਧਨ ਸਦਾ ਭੌਂਕਦੇ, ਇੱਕ ਨਾ ਭਰੇ ਤੁਜਾਰਾ। ਇੱਕ
ਭਾਵ ਉਹ ਲੋਕ ਜਿਹੜੇ ਨਾਮ ਦੇ ਖਜ਼ਾਨੇ ਤੋਂ ਵਾਂਝੇ ਨੇ। ਇੱਕ ਨਿਰਧਨ ਸਦਾ ਭੌਂਕਦੇ, ਉਹ ਨਿਰਧਨ ਰਹਿੰਦੇ ਨੇ, ਕੰਗਾਲ ਰਹਿੰਦੇ ਨੇ, ਤਰਲੇ ਲੈਂਦੇ ਫਿਰਦੇ ਰਹਿੰਦੇ ਨੇ। ਤੇ ਫਿਜ਼ੀਕਲ ਤੌਰ ਤੇ ਅਮੀਰ ਗਰੀਬ ਦੀ ਗੱਲ ਨਹੀਂ ਹੋ ਰਹੀ, ਇੱਥੇ ਨਾਮ ਪੱਖੋਂ ਅਮੀਰ ਗਰੀਬ ਦੀ ਗੱਲ ਹੋ ਰਹੀ ਹੈ। ਜਿਹੜਾ ਨਾਮ ਪੱਖੋਂ ਗਰੀਬ ਹੈ, ਜਿਹਦੇ ਕੋਲੇ ਨਾਮ ਦਾ ਖਜ਼ਾਨਾ ਨਹੀਂ ਹੈ, ਉਹਦਾ ਮਨ ਭਟਕਦਾ ਰਹਿੰਦਾ ਹੈ। ਤੇ ਇੱਕ ਨਾ ਭਰੇ ਤੁਜਾਰਾ, ਤੁਜਾਰਾ ਤੋਂ ਭਾਵ ਤਿਜੋਰੀ, ਖਜ਼ਾਨਾ। ਤੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਗੁਰੂ ਲੱਭਿਆ ਹੋਇਆ ਹੈ, ਗੁਰੂ ਦੇ ਸਰਨ ਦੇ ਵਿੱਚ ਪਏ ਹੋਏ ਨੇ, ਉਹਨਾਂ ਦੇ ਭੰਡਾਰੇ ਭਰੇ ਹੋਏ ਨੇ, ਉਹਨਾਂ ਦੇ ਖਜ਼ਾਨੇ ਭਰੇ ਹੋਏ ਨੇ। ਬਿਨ ਨਾਮੈ ਹੋਰ ਧਨ ਨਾਹੀ, ਹੋਰ ਵਿਖਿਆ ਸਭ ਇਸ਼ਾਰਾ। ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਦਾ ਸਾਥ ਨਿਭਾਉਣ ਵਾਲਾ ਹੋਰ ਕੋਈ ਧਨ ਨਹੀਂ ਹੈ। ਜਿਹੜਾ ਸਾਡਾ ਧਨ, ਜੋ ਅਸੀਂ ਆਮਦਨੀ ਕਮਾਉਂਦੇ ਹਾਂ, ਉਹ ਵੀ ਸਦਾ ਸਾਡਾ ਸਾਥ ਨਹੀਂ ਨਿਭਾਉਂਦੀ। ਅੰਤ ਵੇਲੇ ਉਹ ਸਾਡਾ ਸਾਥ ਛੱਡ ਜਾਂਦੀ ਹੈ। ਸਾਡਾ ਮਨ ਜੋ ਹੈ, ਜੇਕਰ ਸਾਡੇ ਮਨ ਦੇ ਵਿੱਚ ਨਾਮ ਖਜ਼ਾਨਾ ਹੋਏਗਾ, ਪ੍ਰਮਾਤਮਾ ਦਾ ਨਾਮ ਵਸਿਆ ਹੋਇਆ ਹੋਏਗਾ, ਤਾਂ ਅਸੀਂ ਅੰਤ ਵੇਲੇ ਵੀ ਵਿਚਲਤ ਨਹੀਂ ਹੁੰਦੇ। ਉਹ ਨਾਮ ਅੰਤ ਵੇਲੇ ਸਾਡਾ ਸਹਾਰਾ ਬਣਦਾ ਹੈ। ਪਰ ਜਿਹੜਾ ਧਨ ਹੈ, ਉਹ ਸਹਾਰਾ ਨਹੀਂ ਬਣ ਸਕਦਾ। ਹੋਰ ਵਿਖਿਆ ਸਭ ਇਸ਼ਾਰਾ। ਇਸੇ ਲਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਅਸੀਂ ਇਹ ਹੋਰ ਵਿਖਿਆ, ਯਾਨੀ ਹੋਰ ਮਾਇਆ, ਜੋ ਦੁਨਿਆਵੀ ਮਾਇਆ ਕਮਾਉਂਦੇ ਹਾਂ, ਉਹ ਸਭ ਛਾਰ ਹੈ, ਸੁਆਹ ਹੈ, ਤੁੱਛ ਹੈ। ਨਾਨਕ ਆਪ ਕਰਾਏ ਕਰੇ, ਆਪ ਹੁਕਮ ਸਵਾਰਨ ਹਾਰਾ। ਪਰ ਕਹਿੰਦੇ ਕਿ ਜੀਵਾਂ ਦੇ ਹੱਥ ਵੱਸ ਨਹੀਂ ਹੈ। ਜਿੱਥੇ ਵੀ ਗੁਰੂ ਜੀ ਨੇ ਕਿਤੇ ਵੀ ਹੁਣ ਤੱਕ ਆਪਾਂ ਵੇਖਿਆ ਕਿ ਇਸ ਤਰ੍ਹਾਂ ਗੱਲ ਕੀਤੀ ਹੈ ਕਿ ਮਨਮੁਖ ਹੈ, ਗੁਰਮੁਖ ਹੈ, ਦੋਨਾਂ ਦਾ ਭੇਦ ਭਾਵ ਦੱਸਿਆ ਹੈ ਸਾਨੂੰ, ਦੋਨਾਂ ਦਾ ਅੰਤਰ ਦੱਸਿਆ ਹੈ, ਪਰ ਅਖੀਰ ਦੇ ਵਿੱਚ ਇਹ ਗੱਲ ਜ਼ਰੂਰ ਕੀਤੀ ਹੈ ਕਿ ਆਪ ਕਰਾਏ ਕਰੇ, ਭਾਵ ਕਿ ਜੀਵਾਂ ਦੇ ਵੱਸ ਦੇ ਵਿੱਚ ਨਹੀਂ ਹੈ। ਜੋ ਕੁਝ ਵੀ ਕਰਦਾ ਹੈ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ। ਕਿਸੇ ਨੂੰ ਗੁਰਮੁਖ ਬਣਾ ਦਿੰਦਾ ਹੈ, ਕਿਸੇ ਨੂੰ ਮਨਮੁਖ ਬਣਾ ਦਿੰਦਾ ਹੈ, ਕਿਸੇ ਦਾ ਜੀਵਨ ਸੁਧਾਰ ਦਿੰਦਾ ਹੈ, ਸਵਾਰ ਦਿੰਦਾ ਹੈ, ਤੇ ਕਿਸੇ ਨੂੰ ਕੁਰਾਹੇ ਵੀ ਪਾ ਦਿੰਦਾ ਹੈ। ਸ਼ਲੋਕ ਮਹਿਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਕਹਿੰਦੇ ਮੁਸਲਮਾਨ ਅਖਵਾਉਣਾ ਬੜਾ ਔਖਾ ਹੈ। ਅਸਲੀ ਵਾਲਾ ਜੋ ਜਨਮ ਤੋਂ ਜਿਹੜਾ ਇਨਸਾਨ ਇੱਕ ਮੁਸਲਿਮ ਫੈਮਿਲੀ ਦੇ ਵਿੱਚ ਪੈਦਾ ਹੋ ਗਿਆ, ਤਾਂ ਜਨਮ ਪੱਖੋਂ, ਧਰਮ ਪੱਖੋਂ ਉਹ ਹਮੇਸ਼ਾ ਮੁਸਲਮਾਨ ਹੀ ਰਹੇਗਾ। ਪਰ ਗੁਰੂ ਜੀ ਕਹਿੰਦੇ ਕਿ ਅਸਲੀ ਮੁਸਲਮਾਨ ਅਖਵਾਉਣਾ ਬਹੁਤ ਮੁਸ਼ਕਲ ਹੈ। ਜੇ ਮਨੁੱਖ ਉੱਦਾਂ ਦਾ ਬਣੇ ਤਾਂ ਆਪਣੇ ਆਪ ਨੂੰ ਅਸਲੀ ਮੁਸਲਮਾਨ ਕਹਾਵੇ। ਅਵਲ ਔਲ ਦੀਨ ਕਰ, ਮਿੱਠਾ ਮਸਕਲ ਮਾਨਾ ਮਾਲ ਮੁਸਾਵੈ। ਅਵਲ ਔਲ ਤੋਂ ਭਾਵ ਕਿ ਸਭ ਤੋਂ ਪਹਿਲਾਂ ਤਾਂ ਕਹਿੰਦੇ ਦੀਨ ਕਰ ਮਿੱਠਾ, ਕਿ ਸਾਰਿਆਂ ਤੋਂ ਪਹਿਲਾਂ ਜੇਕਰ ਤੂੰ ਆਪਣੇ ਆਪ ਨੂੰ ਮੁਸਲਮਾਨ ਅਖਵਾਉਣਾ ਹੈ, ਤਾਂ ਸਾਰਿਆਂ ਤੋਂ ਪਹਿਲਾਂ ਤੇਰਾ ਦੀਨ, ਤੇਰਾ ਮਜ਼ਹਬ ਤੈਨੂੰ ਮਿੱਠਾ ਲੱਗਣਾ ਚਾਹੀਦਾ ਹੈ, ਤੈਨੂੰ ਪਿਆਰਾ ਲੱਗਣਾ ਚਾਹੀਦਾ ਹੈ। ਮਸਕਲ ਮਾਨਾ ਮਾਲ ਮੁਸਾਵੈ। ਮਸਕਲ ਰੇਗਮਾਰ ਨੂੰ ਕਿਹਾ ਗਿਆ ਹੈ। ਜਿਸ ਤਰ੍ਹਾਂ ਕਿ ਲੋਹੇ ਤੋਂ ਜੰਗਾਲ ਲਾਉਂਦੇ ਆ ਰੇਗਮਾਰ ਘਸਾ ਕੇ, ਤਾਂ ਗੁਰੂ ਜੀ ਕਹਿੰਦੇ ਕਿ ਉਸੇ ਤਰ੍ਹਾਂ ਹੀ ਪ੍ਰਮਾਤਮਾ ਦੇ ਨਾਮ ਰੂਪੀ ਰੇਗਮਾਰ ਘਸਾਓ। ਆਪਦੇ ਦਿਲ ਦੇ ਵਿੱਚ ਦਇਆ ਪੈਦਾ ਕਰੋ, ਆਪਣੀ ਕਮਾਈ ਨੂੰ ਥੋੜ੍ਹਾ ਬਹੁਤਾ ਘਸਾ ਕੇ ਦੂਜਿਆਂ ਦੇ ਵਿੱਚ ਵੰਡੋ। ਜੇਕਰ ਤੁਹਾਨੂੰ ਇਸਲਾਮ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਹੈ ਤਾਂ ਤੁਹਾਨੂੰ ਪਤਾ ਹੋਏਗਾ ਕਿ ਇਸਲਾਮ ਦੇ ਸਿਧਾਂਤਾਂ ਦੇ ਵਿੱਚੋਂ ਇੱਕ ਹੈ ਕਿ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਲੋੜਵੰਦਾਂ ਦੇ ਲਈ ਕੱਢਣਾ ਹੈ। ਇਸੇ ਤਰ੍ਹਾਂ ਹੀ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਦਸਵੰਧ ਦੀ ਪ੍ਰਥਾ ਚਲਾਈ ਸੀ। ਤਾਂ ਉਸੇ ਗੱਲ ਦੀ ਗੱਲ ਇੱਥੇ ਹੋ ਰਹੀ ਹੈ ਕਿ ਮਸਕਲ ਮਾਨਾ ਮਾਲ ਮੁਸਾਵਾ, ਭਾਵ ਕਿ ਆਪਣੀ ਕਮਾਈ ਦੇ ਵਿੱਚੋਂ ਥੋੜ੍ਹਾ ਹਿੱਸਾ ਲੋੜਵੰਦਾਂ ਦੇ ਲਈ ਵੀ ਰੱਖੋ। ਲੋੜਵੰਦ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਵੰਡ ਕੇ ਉਸ ਆਪਦੀ ਕਮਾਈ ਨੂੰ ਵਰਤੋ। ਹੋਏ ਮੁਸਲਿਮ ਦੀਨ ਮੁਹਾਣਾ, ਮਰਨ ਜੀਵਨ ਕਾ ਭਰਮ ਚੁਕਾਵੈ। ਕਹਿੰਦੇ ਜੇ ਤੂੰ ਸੱਚਾ ਮੁਸਲਮਾਨ ਬਣਨਾ ਤਾਂ ਹੋਏ ਮੁਸਲਿਮ ਦੀਨ ਮੁਹਾਣਾ। ਦੀਨ ਮੁਹਾਣਾ ਭਾਵ ਕਿ ਆਪਣੇ ਮਜ਼ਹਬ ਦੀ ਅਗਵਾਈ ਦੇ ਵਿੱਚ ਚੱਲਣਾ। ਕਹਿੰਦੇ ਕਿ ਸੱਚਾ ਮੁਸਲਮਾਨ ਬਣਨਾ ਤਾਂ ਆਪਣੇ ਮਜ਼ਹਬ ਦੀ, ਆਪਣੇ ਧਰਮ ਦੀ ਅਗਵਾਈ ਦੇ ਵਿੱਚ ਚੱਲ, ਤੇ ਆਪਣੀ ਜੋ ਮਰਨ ਜੀਵਨ ਦੀ ਜੋ ਭਟਕਣਾ ਹੈ ਉਹਨੂੰ ਦੂਰ ਕਰ ਲੈ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ। ਰੱਬ ਦੀ ਰਜ਼ਾ ਨੂੰ ਮੰਨੇ, ਪਰਮਾਤਮਾ ਦੇ ਹੁਕਮ ਨੂੰ ਮੰਨੇ, ਕਰਤਾ ਮੰਨੇ, ਉਸ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਵਾਲਾ ਮੰਨੇ, ਆਪ ਗਵਾਵੈ, ਤੇ ਆਪਣੀ ਜੋ ਆਪਾ ਹੈ ਉਹਨੂੰ ਗਵਾ ਲਵੇਂ ਤਾਂ ਸੱਚਾ ਮੁਸਲਮਾਨ ਬਣਦਾ ਹੈ। ਤਉ ਨਾਨਕ ਸਰਬ ਜੀਆ ਮਿਹਰਮੰਤ ਹੋਏ, ਤਾਂ ਮੁਸਲਮਾਨ ਕਹਾਵੈ। ਤੇ ਇਸੇ ਤਰ੍ਹਾਂ ਹੀ
हे ਨਾਨਕ, ਉਹ ਇਨਸਾਨ ਰੱਬ ਦੇ ਪੈਦਾ ਕੀਤੇ ਹੋਏ ਸਾਰੇ ਹੀ ਜੀਵਾਂ ਦੇ ਉੱਤੇ ਮਿਹਰਮੰਤ ਹੋਵੇ, ਸਾਰੇ ਹੀ ਜੀਵਾਂ ਦੇ ਨਾਲ ਪਿਆਰ ਕਰੇ, ਇਹੋ ਜਿਹਾ ਬਣੇ ਤਾਂ ਆਪਦੇ ਆਪ ਨੂੰ ਮੁਸਲਮਾਨ ਅਖਵਾਏ। ਸੋ ਇਸ ਸਾਰੇ ਸ਼ਲੋਕ ਦੀ ਜੋ ਸ਼ੁਰੂਆਤ ਸੀ ਉਹ ਇਸ ਗੱਲ ਤੋਂ ਹੋਈ ਸੀ ਕਿ ਮੁਸਲਮਾਨ ਕਹਾਵਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ, ਕਿ ਜੋ ਅਸਲੀ ਮੁਸਲਮਾਨ ਅਖਵਾਉਣਾ ਹੈ ਉਹ ਬੜਾ ਮੁਸ਼ਕਲ ਹੈ। ਜੇ ਤੂੰ ਆਹ ਕੁਝ ਕਰੇ ਤਾਂ ਤੂੰ ਆਪਣੇ ਆਪ ਨੂੰ ਸੱਚਾ ਮੁਸਲਮਾਨ ਅਖਵਾ ਸਕਦਾ ਹੈ। ਆਹ ਕੁਝ ਤੋਂ ਭਾਵ ਕਿ ਆਪਦੇ ਮਜ਼ਹਬ ਨੂੰ ਪਿਆਰ ਕਰਨਾ, ਆਪਣੀ ਨੇਕ ਕਮਾਈ ਦੇ ਵਿੱਚੋਂ ਲੋੜਵੰਦਾਂ ਦੇ ਲਈ ਕੁਝ ਹਿੱਸਾ ਕੱਢਣਾ, ਦਾਨ ਕਰਨਾ, ਆਪਣੇ ਮਜ਼ਹਬ ਦੀ ਅਗਵਾਈ ਦੇ ਵਿੱਚ ਤੁਰਨਾ, ਰੱਬ ਦੇ ਕੀਤੇ ਨੂੰ ਸਿਰ ਮੱਥੇ ਮੰਨਣਾ, ਉਸੇ ਰੱਬ ਨੂੰ ਹੀ ਸਭ ਕੁਝ ਕਰਨ ਵਾਲਾ ਮੰਨਣਾ, ਕਰਤਾ ਮੰਨਣਾ, ਤੇ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਸਾਰੇ ਜੀਵਾਂ ਦੇ ਉੱਤੇ ਦਇਆ ਕਰਨੀ। ਜੇ ਕਹਿੰਦੇ ਤੂੰ ਇਹ ਸਾਰਾ ਕੁਝ ਕਰੇ ਤਾਂ ਤੂੰ ਆਪਣੇ ਆਪ ਨੂੰ ਸੱਚਾ ਮੁਸਲਮਾਨ ਅਖਵਾ ਸਕਦਾ ਹੈ। ਮਹਿਲਾ ਚੌਥਾ। ਪਰਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ, ਤਜ ਕਾਮ ਕਾਮਿਨੀ ਮੋਹ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੈ। ਪਰਹਰ ਤੋਂ ਭਾਵ ਤਿਆਗ ਦੇਣਾ ਤੇ ਤਜ ਸ਼ਬਦ ਤੋਂ ਭਾਵ ਵੀ ਤਿਆਗ ਦੇਣਾ, ਛੱਡ ਦੇਣਾ। ਗੁਰੂ ਜੀ ਕਹਿੰਦੇ ਕਿ ਪਰਹਰ ਕਾਮ ਕ੍ਰੋਧ ਝੂਠ ਨਿੰਦਾ, ਕਿ ਜੇਕਰ ਮਨੁੱਖ ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ, ਮਾਇਆ ਅਹੰਕਾਰ ਚੁਕਾਵੈ, ਮਾਇਆ ਦਾ ਲਾਲਚ ਵੀ ਛੱਡ ਦੇਵੇ, ਹੰਕਾਰ ਵੀ ਦੂਰ ਕਰ ਲਏ, ਤਜ ਕਾਮ ਕਾਮਨੀ ਮੋਹ ਤਜੈ, ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤਰੀ ਦਾ ਮੋਹ ਵੀ ਤਿਆਗ ਦੇਵੇ, ਤਾਂ ਅੰਜਨ ਮਾਹੇ ਨਿਰੰਜਨ ਪਾਵੈ, ਤਾਂ ਮਾਇਆ ਦੀ ਕਾਲਖ ਦੇ ਵਿੱਚ ਰਹਿੰਦਾ ਹੋਇਆ ਹੀ ਮਾਇਆ ਰਹਿਤ ਪਰਮਾਤਮਾ ਨੂੰ ਲੱਭ ਲੈਂਦਾ ਹੈ। ਪਰਮਾਤਮਾ ਨੂੰ ਲੱਭਣ ਦੇ ਲਈ ਜੰਗਲਾਂ ਦੇ ਵਿੱਚ ਜਾ ਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ ਉਸ ਇਨਸਾਨ ਨੂੰ ਪੈਂਦੀ। ਉਹ ਆਪਣੀ ਗ੍ਰਹਿਸਥੀ ਦੇ ਵਿੱਚ ਰਹਿੰਦਾ ਹੋਇਆ, ਪਰਿਵਾਰ ਦੇ ਵਿੱਚ ਵਿਚਰਦਾ ਹੋਇਆ, ਰਿਸ਼ਤੇਦਾਰਾਂ ਦੇ ਸਾਰੀ ਆਪਣੇ ਜੋ ਸਮਾਜ ਦੇ ਵਿੱਚ ਵਿਚਰਦਾ ਹੋਇਆ ਵੀ ਪਰਮਾਤਮਾ ਨੂੰ ਲੱਭ ਲੈਂਦਾ ਹੈ। ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ। ਤੇ ਜੇਕਰ ਮਨੁੱਖ ਮਾਨ ਅਭਿਮਾਨ ਵੀ ਛੱਡ ਦੇਵੇ, ਆਪਣੇ ਆਪ ਦੇ ਉੱਤੇ ਮਾਨ ਕਰਨਾ ਛੱਡ ਦੇਵੇ, ਹੰਕਾਰ ਦੂਰ ਕਰ ਲਵੇ, ਪ੍ਰੀਤ ਸੁਤ ਦਾਰਾ, ਸੁਤ ਭਾਵ ਪੁੱਤਰ ਤੇ ਦਾਰਾ ਭਾਵ ਇਸਤਰੀ, ਤੇ ਪ੍ਰੀਤ ਤੋਂ ਭਾਵ ਪਿਆਰ, ਕਿ ਆਪਣੇ ਪੁੱਤਰ ਦਾ ਵਹੁਟੀ ਦਾ ਮੋਹ ਛੱਡ ਦਵੇ, ਪਿਆਸ ਆਸ ਦੁਨਿਆਵੀ ਪਦਾਰਥਾਂ ਦੀਆਂ ਆਸਾਂ ਤੇ ਤ੍ਰਿਸ਼ਨਾਵਾਂ ਵੀ ਛੱਡ ਦਵੇ, ਤੇ ਰਾਮ ਲਿਵ ਲਾਗੈ, ਰਾਮ ਲਿਵ ਲਾਵੈ, ਤੇ ਉਸ ਪ੍ਰਮਾਤਮਾ ਦੇ ਨਾਲ ਸੁਰਤੀ ਜੋੜ ਲਏ, ਤਾਂ ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ, ਤਾਂ ਉਹ ਸੱਚਾ ਪਰਮਾਤਮਾ ਉਹਦੇ ਮਨ ਦੇ ਵਿੱਚ ਵਸ ਪੈਂਦਾ ਹੈ। ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ, ਤੇ ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਨਾਮ ਦੇ ਵਿੱਚ ਉਹ ਇਨਸਾਨ ਲੀਨ ਹੋ ਜਾਂਦਾ ਹੈ। ਕਾਫੀ ਕੁਝ ਤਿਆਗ ਕਰਨ ਦੇ ਲਈ ਗੁਰੂ ਜੀ ਨੇ ਸਾਨੂੰ ਇੱਥੇ ਪ੍ਰੇਰਿਤ ਕੀਤਾ, ਕਹਿ ਸਕਦੇ ਹਾਂ। ਕਾਮ ਕ੍ਰੋਧ ਝੂਠ ਨਿੰਦਾ, ਪੁੱਤਰ ਦਾ ਇਸਤਰੀ ਦਾ ਮੋਹ ਤਿਆਗਣਾ, ਦੁਨਿਆਵੀ ਪਦਾਰਥਾਂ ਦੀਆਂ ਆਸਾਂ ਤ੍ਰਿਸ਼ਨਾਵਾਂ ਨੂੰ ਤਿਆਗਣਾ, ਜੇ ਇਹ ਅਸੀਂ ਕਰ ਪਾਉਂਦੇ ਹਾਂ ਤਾਂ ਸੱਚਾ ਪਰਮਾਤਮਾ ਸਾਡੇ ਮਨ ਦੇ ਵਿੱਚ ਆ ਵਸਦਾ ਹੈ। ਪੌੜੀ। ਰਾਜੇ ਰਯਤ ਸਿਕਦਾਰ ਕੋਇ ਨਾ ਰਹਿਸੀਓ, ਹਟ ਪਟਨ ਬਾਜ਼ਾਰ ਹੁਕਮੀ ਟਹਿਸੀਓ। ਆਪਣੇ ਆਪ ਨੂੰ ਰਾਜੇ ਅਖਵਾਉਣ ਵਾਲੇ ਤੇ ਉਹਨਾਂ ਰਾਜਿਆਂ ਦੀ ਪਰਜਾ, ਤੇ ਉਸ ਪਰਜਾ ਦੇ ਉੱਪਰ ਰਾਜੇ ਵੱਲੋਂ ਲਾਏ ਹੋਏ ਚੌਧਰੀ, ਸਿਕਦਾਰ ਭਾਵ ਚੌਧਰੀ, ਕੋਈ ਨਾ ਰਹਿਸੀਓ, ਕਹਿੰਦੇ ਕੋਈ ਨਹੀਂ ਬਚੇਗਾ, ਸਭ ਨੇ ਇੱਕ ਦਿਨ ਚਲੇ ਜਾਣਾ ਹੈ। ਹਟ ਪਟਨ ਬਾਜ਼ਾਰ, ਹਟ ਤੋਂ ਭਾਵ ਹਟ ਦੁਕਾਨ, ਪਟਨ ਤੋਂ ਭਾਵ ਸ਼ਹਿਰ, ਤੇ ਬਾਜ਼ਾਰ ਤੋਂ ਭਾਵ ਬਾਜ਼ਾਰ। ਕਹਿੰਦੇ ਹਟ ਪਟਨ ਬਾਜ਼ਾਰ ਹੁਕਮੀ ਟਹਿਸੀਓ, ਉਸ ਪ੍ਰਮਾਤਮਾ ਦੇ ਹੁਕਮ ਦੇ ਨਾਲ ਇੱਕ ਪਲ ਦੇ ਵਿੱਚ ਢਹਿ ਜਾਣਗੇ। ਇੱਕ ਕੋਈ ਤਕੜੀ ਜਹੀ ਕੁਦਰਤੀ ਆਫਤ ਆ ਜਾਏ ਤਾਂ ਕਿੰਨਾ ਕੁ ਸਮਾਂ ਲੱਗਦਾ ਹੈ ਇਹਨਾਂ ਚੀਜ਼ਾਂ ਨੂੰ ਢਹਿੰਦਿਆਂ। ਪੱਕੇ ਬੰਕ ਦੁਆਰ ਮੂਰਖ ਜਾਣਾ ਆਪਣੇ, ਪੱਕੇ ਤੋਂ ਭਾਵ ਪੱਕੇ ਤੇ ਬੰਕ ਤੋਂ ਭਾਵ ਸੋਹਣੇ, ਦੁਆਰ ਮਤਲਬ ਦਰਵਾਜ਼ੇ। ਕਹਿੰਦੇ ਜੋ ਮੂਰਖ ਮਨੁੱਖ ਹੈ ਉਹ ਪੱਕੇ ਬਣੇ ਹੋਏ ਸੋਹਣੇ ਬਣੇ ਹੋਏ ਦਰਵਾਜ਼ਿਆਂ ਨੂੰ ਆਪਣੇ ਸਮਝਦਾ ਹੈ। ਦਰਬ ਭਰੇ ਭੰਡਾਰ ਰੀਤੇ ਇੱਕ ਖਣੇ, ਦਰਬ ਭਾਵ ਧਨ, ਪਰ ਕਹਿੰਦੇ ਉਹ ਮਨੁੱਖ ਜੋ ਹੈ, ਮੂਰਖ ਮਨੁੱਖ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀਆਂ ਸਮਝਦਾ ਹੈ, ਉਹ ਇਹ ਨਹੀਂ ਜਾਣਦਾ ਕਿ ਦਰਬ ਭਰੇ ਭੰਡਾਰ ਰੀਤੇ ਇੱਕ ਖਣੇ, ਰੀਤੇ ਤੋਂ ਭਾਵ ਸੱਖਣੇ ਹੋ ਜਾਣੇ, ਇੱਕ ਖਣੇ ਤੋਂ ਭਾਵ ਇੱਕ ਪਲ ਦੇ ਵਿੱਚ।
ਕਹਿੰਦੇ ਧਨ ਨਾਲ ਭਰੇ ਹੋਏ ਭੰਡਾਰ ਇੱਕ ਪਲ ਦੇ ਵਿੱਚ ਖਾਲੀ ਹੋ ਜਾਂਦੇ ਨੇ। ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਬਾਗ ਮਿਲਖ ਘਰ ਬਾਰ ਕਿੱਥੈ ਸੇ ਆਪਣੇ, ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ, ਨਾਨਕ ਸੱਚ ਦਤਾਰ ਸਨਾਖਤ ਕੁਦਰਤੀ। ਤਾਜੀ ਤੋਂ ਭਾਵ ਵਧੀਆ ਨਸਲ ਦੇ ਘੋੜੇ, ਰਥ ਤੁਖਾਰ ਤੋਂ ਭਾਵ ਉੱਠ, ਹਾਥੀ ਤੇ ਪਾਖਰੇ ਤੋਂ ਭਾਵ ਹੌਦੇ, ਬਾਗ ਮਿਲਖ ਬਾਗ ਜ਼ਮੀਨਾਂ, ਘਰ ਬਾਰ, ਸੋਹਣੇ ਤੰਬੂ, ਸੋਹਣੇ ਪਲੰਗ, ਸੋਹਣੀਆਂ ਕਨਾਤਾਂ, ਸਰਾਇਚੇ ਭਾਵ ਕਨਾਤਾਂ ਤੇ ਲਾਲਤੀ ਭਾਵ ਅਤਲਸੀ ਭਾਵ ਸੋਹਣੀਆਂ ਸੁੰਦਰ ਕਨਾਤਾਂ, ਕਾਫੀ ਸਾਰੇ ਪਦਾਰਥ, ਕਾਫੀ ਸਾਰੇ ਜਾਨਵਰ ਤੇ ਜ਼ਮੀਨਾਂ ਜਾਇਦਾਦਾਂ। ਕੁੱਲ ਮਿਲਾ ਕੇ ਜੋ ਇਨਸਾਨ ਦੀਆਂ ਮਲਕੀਅਤਾਂ ਹੁੰਦੀਆਂ ਨੇ ਕਿ ਇਨਸਾਨ ਜਿਨ੍ਹਾਂ ਚੀਜ਼ਾਂ ਦਾ ਮਾਲਕ ਹੋ ਕੇ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਹੈ, ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਹੈ, ਗੁਰੂ ਜੀ ਕਹਿੰਦੇ ਕਿ ਇਹ ਸਾਰੀਆਂ ਚੀਜ਼ਾਂ ਕਿੱਥੇ ਸੇ ਆਪਣੇ, ਕਿ ਐਂਡ ਤੇ ਪਛਤਾਉਂਦਾ ਹੈ ਅਖੀਰ ਦੇ ਵਿੱਚ ਕਿ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਮੈਂ ਆਪਣੀਆਂ ਸਮਝਦਾ ਰਿਹਾ, ਮੇਰੀਆਂ ਕਿੱਥੇ ਸੀ, ਇਹ ਮੇਰੇ ਤੇ ਕੰਮ ਆਈਆਂ ਹੀ ਨਹੀਂ। ਹੇ ਨਾਨਕ ਸੱਚ ਦਾਤਾਰ, ਕਹਿੰਦੇ ਇੱਕੋ ਇੱਕ ਸੱਚ, ਉਹ ਦਾਤਾਰ, ਉਹ ਪ੍ਰਮਾਤਮਾ ਹੈ ਜਿਹੜਾ ਇਹ ਸਾਰੀਆਂ ਚੀਜ਼ਾਂ ਦੀ ਦਾਤ ਮਨੁੱਖ ਨੂੰ ਬਖਸ਼ਦਾ ਹੈ। ਇਹ ਚੀਜ਼ਾਂ ਸਦਾ ਰਹਿਣ ਵਾਲੀਆਂ ਨਹੀਂ, ਇਹਨਾਂ ਨੂੰ ਬਖਸ਼ਣ ਵਾਲਾ ਸਦਾ ਰਹਿਣ ਵਾਲਾ ਹੈ। ਸਨਾਖਤ ਕੁਦਰਤੀ, ਤੇ ਉਹਦੀ ਜੋ ਸਨਾਖਤ ਹੈ, ਉਹਦੀ ਜੋ ਪਛਾਣ ਹੈ, ਉਹਦੀ ਰਚੀ ਹੋਈ ਕੁਦਰਤ ਦੇ ਵਿੱਚੋਂ ਹੀ ਹੁੰਦੀ ਹੈ। ਸ਼ਲੋਕ ਮਹਿਲਾ ਪਹਿਲਾ। ਨਦੀਆਂ ਹੋਵੇ ਧੇਨਵਾ, ਸੁਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਧੇਨਵਾ ਭਾਵ ਗਾਂ ਤੇ ਸੁਮ ਭਾਵ ਸੋਮੇ, ਚਸ਼ਮੇ। ਗੁਰੂ ਜੀ ਕਹਿੰਦੇ ਕਿ ਜੇ ਸਾਰੀਆਂ ਨਦੀਆਂ ਮੇਰੇ ਲਈ ਗਾਈਆਂ ਬਣ ਜਾਣ, ਸਾਰੇ ਜੋ ਪਾਣੀ ਦੇ ਚਸ਼ਮੇ ਨੇ ਮੇਰੇ ਲਈ ਉਹ ਦੁੱਧ ਤੇ ਘਿਓ ਦੇ ਚਸ਼ਮੇ ਬਣ ਜਾਣ, ਜਿਹੜੇ ਚਸ਼ਮਿਆਂ ਦੇ ਵਿੱਚੋਂ ਅੱਜ ਪਾਣੀ ਵਹਿੰਦਾ ਹੈ ਮੇਰੇ ਲਈ ਉਹਨਾਂ ਦੇ ਵਿੱਚੋਂ ਦੁੱਧ ਘਿਓ ਵਹਿਣ ਲੱਗ ਜਾਏ। ਸਗਲੀ ਧਰਤੀ ਸ਼ੱਕਰ ਹੋਵੇ, ਸਾਰੀ ਜੋ ਧਰਤੀ ਹੈ ਉਹ ਸ਼ੱਕਰ ਬਣ ਜਾਵੇ। ਖੁਸ਼ੀ ਕਰੇ ਨਿਤ ਜੀਓ, ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਵੇਖ ਕੇ ਮੇਰੀ ਜਿੰਦ ਨਿਤ ਖੁਸ਼ ਹੁੰਦੀ ਹੋਵੇ। ਪਰਬਤ ਸੋਇਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਹੀਰੇ ਤੇ ਲਾਲਾਂ ਦੇ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਵੀ ਮੇਰੇ ਸਾਹਮਣੇ ਬਣ ਜਾਏ। ਵੀ ਤੂੰ ਹੈ ਸਲਾਹਨਾ ਆਖਣ ਲਹੈ ਨਾ ਚਾਓ, ਕਹਿੰਦੇ ਤਾਂ ਵੀ ਮੈਂ ਇਹਨਾਂ ਪਦਾਰਥਾਂ ਵਿੱਚ ਨਾ ਫਸ ਕੇ ਤੇਰੀ ਹੀ ਸਿਫਤ ਸਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਅ ਕਦੇ ਮੁੱਕੇ ਨਾ। ਇਹੀ ਮੇਰੀ ਤੇਰੇ ਅੱਗੇ ਅਰਦਾਸ ਹੈ। ਇਸ ਅੰਗ ਦੀ ਬਾਣੀ ਦਾ ਜੇ ਅਸੀਂ ਸਾਰੰਸ਼ ਕੱਢਣਾ ਚਾਹੀਏ ਤਾਂ ਕੁਝ ਇਹੋ ਜਿਹਾ ਨਿਕਲਦਾ ਹੈ ਕਿ ਜਿਹੜੀਆਂ ਦੁਨਿਆਵੀ ਚੀਜ਼ਾਂ ਨੂੰ ਵੇਖ ਵੇਖ ਕੇ ਸਾਡਾ ਮਨ ਖੁਸ਼ ਹੁੰਦਾ ਹੈ, ਜਿਨ੍ਹਾਂ ਨੂੰ ਅਸੀਂ ਆਪਣੀਆਂ ਸਮਝਦੇ ਹਾਂ, ਧਨ ਦੌਲਤਾਂ, ਜਿਹੜੀਆਂ ਵੀ ਚੀਜ਼ਾਂ ਦੇ ਅਸੀਂ ਮਾਲਕ ਹਾਂ, ਛੋਟੇ ਤੋਂ ਛੋਟੀਆਂ, ਵੱਡੇ ਤੋਂ ਵੱਡੀਆਂ, ਸਸਤੀਆਂ ਮਹਿੰਗੀਆਂ, ਹਰ ਪ੍ਰਕਾਰ ਦੀਆਂ ਜਿਨ੍ਹਾਂ ਨੂੰ ਅਸੀਂ ਆਪਣੀਆਂ ਸਮਝਦੇ ਹਾਂ, ਉਹ ਸਥਾਈ ਰਹਿਣ ਵਾਲੀਆਂ ਨਹੀਂ, ਉਹ ਸਾਡੇ ਅਖੀਰ ਦੇ ਵਿੱਚ ਕੰਮ ਆਉਣ ਵਾਲੀਆਂ ਨਹੀਂ। ਅਖੀਰ ਦੇ ਵਿੱਚ ਸਾਡੇ ਮਨ ਨੂੰ ਸ਼ਾਂਤ ਰੱਖਣ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਹੈ। ਇਸ ਲਈ ਸਾਨੂੰ ਉਹ ਕਮਾਉਣਾ ਚਾਹੀਦਾ ਹੈ। ਤੇ ਦੂਜਾ ਜੋ ਲੈਸਨ ਇਸ ਅੰਗ ਦੀ ਬਾਣੀ ਦੇ ਵਿੱਚੋਂ ਸਾਨੂੰ ਲੈਣਾ ਚਾਹੀਦਾ ਹੈ ਉਹ ਇਹ ਹੈ ਕਿ ਧਾਰਮਿਕ ਕਾਰਜ ਆਪਣੇ ਆਪ ਦੇ ਵਿੱਚ ਕੁਝ ਮਹੱਤਤਾ ਰੱਖਦੇ ਹਨ, ਪਰ ਸਿਰਫ ਉਹੀ ਕਰੀ ਜਾਣੇ ਬਹੁਤੀ ਮਹੱਤਵਪੂਰਨ ਗੱਲ ਨਹੀਂ ਹੈ। ਧਾਰਮਿਕ ਕਾਰਜ ਕਰਨ ਦੇ ਨਾਲ, ਜਿਸ ਤਰ੍ਹਾਂ ਕਿ ਗੁਰੂ ਜੀ ਨੇ ਨਮਾਜ਼ਾਂ ਦੀ ਉਦਾਹਰਣ ਦਿੱਤੀ ਸੀ ਕਿ ਨਮਾਜ਼ਾਂ ਕਰਨ ਦੇ ਨਾਲ ਨਾਲ ਉਹਨਾਂ ਨਮਾਜ਼ਾਂ ਦੇ ਬਰਾਬਰ ਦੇ ਜੋ ਕਾਰਜ ਹਨ ਪ੍ਰੈਕਟੀਕਲ ਤੌਰ 'ਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਸਾਨੂੰ ਲਿਆਉਣੇ ਚਾਹੀਦੇ ਹਨ, ਤਾਂ ਅਸੀਂ ਉਹਨਾਂ ਨਮਾਜ਼ਾਂ ਦਾ ਅਸਲ ਫਾਇਦਾ ਲੈ ਸਕਦੇ ਹਾਂ। ਸੋ ਇਹਨਾਂ ਹੀ ਸਿੱਖਿਆਵਾਂ ਦੇ ਨਾਲ ਆਪਾਂ ਅੱਜ ਦੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ। ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।